ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਵਿਮਨਸ ਡੇ ਅੱਜ ਤੇ ਮੈਨੂੰ ਲੱਗਦਾ ਹੈ ਕਿ ਔਰਤਾਂ ਲਈ ਵੈਸੇ ਨਾ ਕੋਈ ਇੱਕ ਦਿਨ ਨਹੀਂ ਹੋਣਾ ਚਾਹੀਦਾ, ਵੈਸੇ ਹੁੰਦਾ ਵੀ, ਬਟ ਅਸੀਂ ਕਹਿ ਸਕਦੇ ਛੋਟਾ ਜਿਹਾ ਸਪੈਸ਼ਲ ਮੌਕਾ ਮਿਲਿਆ ਸਾਨੂੰ ਦੇਸ਼ ਦੀ ਉਸ ਨਾਰੀ ਨਾਲ ਗੱਲ ਕਰਨ ਲਈ ਜਿਨ੍ਹਾਂ ਨੇ ਜਿਹੜੇ ਇੱਕ ਯੂਜੂਅਲ ਫੰਕਸ਼ਨਸ ਹੁੰਦੇ ਆ ਉਹ ਤਾਂ ਰਿਸਪੌਂਸਿਬਿਲਿਟੀਜ਼ ਨਿਭਾਈਆਂ ਹੀ ਨੇ। she was a daughter, then she was a mother, but she has done something different society ਲਈ। ਵੈਸੇ ਨਾਰੀ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ, ਠੀਕ ਹੈ, ਉਹ ਮਾਂ ਬਣਦੀ ਹੈ, ਆਪਣਾ ਘਰ ਛੱਡ ਕੇ ਰਿਸ਼ਤੇ ਬਣਾਉਂਦੀ ਹੈ ਤੇ ਹਮੇਸ਼ਾ ਆਪਣੀ ਖੁਆਇਸ਼ਾਂ ਨੂੰ ਪਿੱਛੇ ਰੱਖ ਕੇ ਸਿਰਫ ਦੇਣਾ ਚਾਹੁੰਦੀ ਹੈ। she is always a giver and that's what ਇਸੇ ਲਈ ਅਸੀਂ ਉਹਨਾਂ ਨੂੰ ਨਾਰੀ ਕਹਿੰਦੇ ਆ, ਔਰਤ ਕਹਿੰਦੇ ਆ। ਕੀ ਹੁੰਦਾ ਹੈ ਕਿ ਸੋਸਾਇਟੀ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਤੇ everybody cannot come forward and talk about it। ਸਿਰਫ ਦੂਰੋਂ ਲੋਕੀ ਦੇਖ ਸਕਦੇ ਨੇ ਤੇ ਜੱਜ ਕਰ ਸਕਦੇ ਨੇ। there are very less people ਜਿਹੜੇ ਸੋਸਾਇਟੀ ਦੇ ਮੁੱਦਿਆਂ ਤੇ ਬੋਲਦੇ ਆ। ਮੁੱਦਾ ਬਹੁਤ ਵੱਡਾ ਹੈ, ਸ਼ਾਇਦ ਕਈ ਵਾਰੀ ਰੇਪ ਵਿਕਟਿਮਸ ਨੂੰ, ਐਸਿਡ ਅਟੈਕਰਸ ਨੂੰ, ਈਵ ਟੀਜ਼ਿੰਗ ਦੀ ਸ਼ਿਕਾਰ ਹੋਈ ਕੁੜੀਆਂ ਨੂੰ ਇਨਸਾਫ ਜ਼ਰੂਰ ਮਿਲ ਜਾਂਦਾ ਹੈ। ਕਦੇ ਕਿਸੇ ਨੇ ਧਿਆਨ ਨਾਲ ਸੋਚਿਆ ਕਿ ਉਹਨਾਂ ਕੁੜੀਆਂ ਦੀ ਮੈਂਟਲ ਹੈਲਥ ਦਾ ਕੀ ਹੁੰਦਾ ਹੈ ਵਾਈਲ ਪ੍ਰੋਸੈਸ ਹੋ ਰਹੀਆਂ ਹੁੰਦੀਆਂ ਨੇ ਚੀਜ਼ਾਂ, ਭਾਵੇਂ ਇਨਸਾਫ ਲਈ ਕੁਛ ਵੀ ਹੋਵੇ, ਉਹਨਾਂ ਦੀ ਮੈਂਟਲ ਹੈਲਥ 'ਤੇ ਸ਼ਾਇਦ ਬੜੇ ਘੱਟ ਲੋਕ ਧਿਆਨ ਦਿੰਦੇ ਨੇ ਜਾਂ ਫਿਰ ਘੱਟ ਦੇ ਕਹਿੰਦੇ ਨੇ ਇਗਨੋਰ ਕਰੋ। ਇਟ ਇਜ਼ ਸੋ ਈਜ਼ੀ ਟੂ ਸੇ ਇਗਨੋਰ ਕਰੋ। ਆਈ ਐਮ ਵੈਰੀ ਗਲੈਡ ਟੂ ਸਿਟਿੰਗ ਵਿਦ ਰੇਨੂ ਮਾਥੁਰਕਰ ਜੋ ਸ਼ਾਇਦ ਪਿਛਲੇ 20-25 ਸਾਲਾਂ ਤੋਂ ਕੰਮ ਕਰ ਰਹੇ ਨੇ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਡਿਸਟ੍ਰਿਕਟ ਲੈਵਲ, ਸਟੇਟ ਲੈਵਲ ਔਰ ਮੇ ਬੀ ਵੈਰੀ ਸੂਨ ਨੈਸ਼ਨਲ ਲੈਵਲ 'ਤੇ ਇੱਦਾਂ ਦਾ ਕੋਈ ਇਨਸਾਨ ਨਹੀਂ ਹੋਵੇਗਾ, ਕੋਈ ਕੁੜੀ ਨਹੀਂ ਹੋਵੇਗੀ ਜੋ ਤੁਸੀਂ ਛੱਡਿਆ ਹੈ। ਯੂ ਆਰ ਅ ਗ੍ਰੀਫ ਕਾਉਂਸਲਰ ਤੇ ਸੈਕਸ਼ੁਅਲ ਹੈਰੈਸਮੈਂਟ ਦੇ ਜਿੰਨੇ ਵੀ ਕੇਸਿਸ ਹੁੰਦੇ ਨੇ ਇਹ ਸਾਰੀ ਕੁੜੀਆਂ ਨੂੰ ਕਾਉਂਸਲ ਕਰਦੇ ਨੇ। ਇਹ ਬਹੁਤ ਵੱਡੀ ਚੀਜ਼ ਤੁਸੀਂ ਕਰ ਰਹੇ ਹੋ। ਫਸਟ ਆਫ ਆਲ ਹੈਪੀ ਵਿਮਨਸ ਡੇ ਐਂਡ ਹੈਪੀ ਹੋਲੀ ਐਜ਼ ਵੈਲ। ਵੈਲਕਮ ਟੂ ਇੰਡੀਆ ਨਿਊਜ਼। देखो कितनी एक अजीब कोइंसिडेंस है दैट इस साल होली और वुमेन्स डे सेम डे फॉल कर रहा है। औरतों का बहुत बड़ा रोल होंदा है अपने परिवार की जिंदगी अपनी फैमिली के माहौल खुशियों के रंग बिखेरना। तो जे असी ये सोचीए तो 8 मार्च इस साल लिटरली इमोशनल और होली के रंग दोनों रंग, एक माँ, एक बीवी, एक बेटी, एक बहू, एक औरत अपने घर विच, अपने दायरे विच, अपने समाज विच फैला के खुशियां का कारण बन सकती है। बिल्कुल जिदा मैं इनिशियली कहा कि एक कुड़ी दी ना बहुत सारी रिस्पॉन्सिबिलिटीज होंगी आ। कितना औखा है ना कि एक बेटी होकर अपना घर छड़ना, अद्धी जिंदगी उत्थे बिता के तुसी किसी होर दे घर जा रहे हो, उत्थे रिश्ते सामने, फिर एक माँ बनना, फिर बलिदान करनी अपनी जिंदगी, अपनी ख्वाहिशों को पीछे रखना। ये सारी रिस्पॉन्सिबिलिटीज निभाते कोई भी तुसी सोसाइटी लिए बहुत कुछ कर रहे हो। जिदा मैं कहा कि डिस्ट्रिक्ट लैवल तो स्टेट लैवल एक ग्रीफ काउंसलर मैंने लग रहा है ऐसे सिर्फ पढ़ सकते हैं कि सुन सकते हैं, जो प्रैक्टिकलिटी होंगी है ना दैट इज़ वेरी डिफिकल्ट। सब तो पहला था थैंक यू सो मच फॉर दिस बीइंग अ गर्ल। आई कैन वेल इमेजिन छोटी जी जो ईव टीजिंग होंगी है ना, इफ आई टॉक अबाउट माई सैल्फ, वो चीज़ बड़े दिनों तक जहन च रही है, वो कढ़ने च बहुत टाइम लगता। ਤੁਸੀਂ ਰੇਪ ਵਿਕਟਿਮਸ, ਐਸਿਡ ਅਟੈਕਰਸ ਨਾ ਜਾਣੇ ਕਿੰਨੀ ਕੁੜੀਆਂ ਨੂੰ ਕਾਉਂਸਲ ਕਰਦੇ ਹੋ। ਮੈਨੂੰ ਇੱਕ ਵਾਰੀ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ ਕਿ ਇੱਦਾਂ ਦਾ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਦਿਮਾਗ 'ਤੇ ਵੀ ਅਸਰ ਪੈਂਦਾ ਜਦ ਲੋਕਾਂ ਨਾਲ ਗੱਲ ਕਰਦੇ ਹੋ, ਉਹਨਾਂ ਨੂੰ ਪੋਜ਼ੀਟਿਵ ਕਰਦੇ ਹੋ ਆਈ ਨੋ, ਬਟ ਖੁਦ ਨੂੰ ਕਿੱਦਾਂ ਪੋਜ਼ੀਟਿਵ ਰੱਖਦੇ ਹੋ ਉਸ ਤੋਂ ਬਾਅਦ? बहुत मुश्किल है अपने आप ਨੂੰ ਜਿੱਦਾਂ ਕਹਿੰਦੇ ਇਮੋਸ਼ਨਲੀ ਕੰਪਾਰਟਮੈਂਟਲਾਈਜ਼ ਕਰਨਾ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਕੁੜੀ ਨਾਲ ਜਾਂ ਕਿਸੇ ਫੀਮੇਲ ਜਾਂ ਲੇਡੀ ਨਾਲ ਇਹ ਚੀਜ਼ਾਂ ਹੁੰਦੇ ਹੋਏ ਦੇਖਦੇ ਹੋ ਜਾਂ ਉਹ ਦੁਰਘਟਨਾ ਹੋਣ ਤੋਂ ਬਾਅਦ ਉਹਨਾਂ ਨੂੰ ਮਿਲਦੇ ਹੋ ਤਾਂ ਤੁਹਾਡਾ ਦਿਮਾਗ ਸਭ ਤੋਂ ਪਹਿਲਾਂ ਇਸ ਚੀਜ਼ ਤੇ ਕੰਮ ਕਰਦਾ ਹੈ ਕਿ ਵਾਟ ਇਫ ਮੇਰੇ ਪੜੋਸੀ, ਮੇਰੇ ਫੈमिली ਮੈਂਬਰ, ਮੇਰੇ ਜਾਣਕਾਰ, क्योंकि मेरे लिए ये जो विक्टिम्स हैं इन्होंने मैं सर्वाइवर कहनी है। मेरे लिए ये जो सर्वाइवर्स हैं ये सिर्फ एक स्टैटिस्टिक्स नहीं है कि आज हरियाणा में या इंडिया में इतने बच्चों का रेप हुआ, 10, 20, 50। ह्यूमन बीइंग्स आर नॉट नंबर्स। सब तो पहला तो तुहानू उन्हां दे नाल एक इंसानी तौर पे एक इमोशनल लैवल ते कनैक्ट करना पैंदा है ताकि तुसीं उन्हां दी सोच नूं, उन्हां दे दर्द नूं समझ सको और वो करन अपने आप को उस चीज़ तो ये इफेक्ट तो बचाने के लिए आपने ठीक बोला, बड़ी मेहनत लगती है, बड़ी अपनी सोच को मैनेज और बैलेंस करना पड़ता है। इट इज़ पेनफुल। इट इज़ पेनफुल ऑल्सो। जिदा मैं कहा कि किसी रेप विक्टिम को इंसाफ चलो मिल जाता है, भावें सिस्टम थोड़ा स्लो है
ਭਾਵੇਂ ਸਾਲ 2 ਸਾਲ 10 ਸਾਲ 12 ਸਾਲ ਲੱਗ ਜਾਂਦੇ ਆ, ਬਟ ਉਦੋਂ ਤੱਕ ਉਹ ਵਿਕਟਿਮ, ਉਹ ਸਰਵਾਈਵਰ ਕਿਸ ਮੈਂਟਲ ਟਰਾਮਾ ਤੋਂ ਗੁਜ਼ਰ ਰਹੀ ਹੁੰਦੀ ਆ। ਕਿਤੇ ਨਾ ਕਿਤੇ ਜਾ ਕੇ ਤੁਹਾਡਾ ਜੋ ਸਵਾਲ ਹੈ ਕਿ ਉਹਨਾਂ ਬੱਚੀਆਂ ਦੀ ਮੈਂਟਲ ਸਟੇਟ ਦਾ ਕੀ ਹੁੰਦਾ ਹੈ, ਉਹਨੂੰ ਸਾਂਭਣ ਵਾਲਾ ਕੋਈ ਨਹੀਂ ਹੈ। देयर इज नो सिस्टम इन प्लेस इन इंडिया। बड़ी दुख की गल है, फॉरेन कंट्री तुसीं जाओ, हॉस्पिटल्स च, पुलिस स्टेशनस च, हर ऑर्गेनाइजेशन च ट्रॉमा और इमोशनल काउंसलर्स हैं। ਤੁਹਾਡੇ ਕੋਲੋਂ ਤੁਸੀਂ ਆਪਣੇ ਸਾਹਮਣੇ ਕਿਸੇ ਦਾ ਮਰਡਰ ਹੁੰਦੇ ਹੋਏ ਵੀ ਦੇਖ ਲਓ ਨਾ, ਤਾਂ ਉਹਦੇ ਲਈ ਤੁਹਾਡੀ ਟਰਾਮਾ ਕਾਉਂਸਲਿੰਗ ਹੁੰਦੀ ਹੈ ਕਿ ਤੁਹਾਨੂੰ ਕੋਈ ਪੋਸਟ ਟਰਾਮੈਟਿਕ ਸਟ੍ਰੈਸ ਤਾਂ ਨਹੀਂ ਹੋ ਗਿਆ। ਸਾਡੀ ਕੰਟਰੀ 'ਚ ਹਰਿਆਣਾ 'ਚ, ਪੰਜਾਬ, ਤੁਸੀਂ ਕਿਸੇ ਸਟੇਟ 'ਚ ਲੈ ਲਓ, ਮੈਨੂੰ ਵੀ ਕੋਈ ਇੱਕ ਪੁਲਿਸ ਸਟੇਸ਼ਨ ਜਾਂ ਵੂਮਨ ਪੁਲਿਸ ਸਟੇਸ਼ਨ ਦੱਸ ਦਿਓ ਜਿੱਥੇ ਇਹਨਾਂ ਵਿਕਟਿਮਸ ਨਾਲ ਹੋਣਗੇ ਕੋਈ ਰੇਅਰ ਲੋਕ ਜੋ ਅੱਛੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਡੀਲ ਕਰਦੇ ਹੋਣਗੇ, ਪਰ ਮੈਨੂੰ ਪੈਨ ਇੰਡੀਆ ਕੋਈ ਇੱਕ ਪੁਲਿਸ ਸਟੇਸ਼ਨ ਐਸਾ ਦੱਸ ਦਿਓ ਜੋ ਇੱਕ ਵਿਕਟਿਮ ਨੂੰ ਇੱਕ ਇਨਸਾਨ ਦੀ ਤਰ੍ਹਾਂ ਟਰੀਟ ਕਰਦੇ ਹੋ। ਬਿਲਕੁਲ ਉਹੀ ਤੁਸੀਂ ਫੋਰਨ ਦੀ ਗੱਲ ਕਰ ਰਹੇ ਹੋ, ਤੇ ਮੈਂ ਤੁਹਾਨੂੰ ਟੋਕਾਂਗੀ ਕਿ ਫੋਰਨ ਦੇ ਵਿੱਚ ਇੱਕ ਇਨਸਾਨ ਦੀ ਜ਼ਿਆਦਾ ਵੈਲਿਊ ਹੁੰਦੀ ਹੈ, ਉਹ ਮਟੀਰੀਅਲਿਸਟਿਕ ਨਹੀਂ ਹੁੰਦੀ। ਇਹ ਤਾਂ ਗੱਲ ਇਨਸਾਨ ਤੇ ਚੀਜ਼ਾਂ ਦੀ ਹੋਗੀ, ਬਟ ਜੇ ਅਸੀਂ ਆਪਣੇ ਸਿਸਟਮ ਦੀ ਗੱਲ ਕਰੀਏ, ਪੁਲਿਸ ਵਾਲੇ, ਮੈਂ ਬਾਰ-ਬਾਰ ਕਹਿ ਤਾਂ ਰਹੀ ਹਾਂ ਇਨਸਾਫ ਮਿਲਦਾ ਹੈ, ਬਟ ਆਈ ਐਮ ਮੈਂਸ਼ਨਿੰਗ ਕਿ ਹਰ ਕਿਸੇ ਨੂੰ ਇਨਸਾਫ ਨਹੀਂ ਮਿਲਦਾ। ਬਹੁਤ ਘੱਟ ਕੁੜੀਆਂ ਨੂੰ ਇਨਸਾਫ ਮਿਲਦਾ ਹੈ। ਉਹਨਾਂ ਦੀ ਮੈਂਟਲ ਸਟੇਟ ਇੱਕ ਪਾਸੇ ਆ, ਉਹ ਸਾਰੀਆਂ ਕੁੜੀਆਂ ਮੈਂਟਲ ਹਰੈਸਮੈਂਟ ਆਫ ਕੋਰਸ ਫੇਸ ਕਰ ਰਹੀਆਂ ਹੁੰਦੀਆਂ ਨੇ, ਬਟ ਜੇ ਆਪਣੇ ਸਿਸਟਮ ਦੀ ਗੱਲ ਕਰੀਏ, ਆਪਣੇ ਪੁਲਿਸ ਆਫਿਸਰਸ ਦੀ ਗੱਲ ਕਰੀਏ, ਆਪਣੇ ਸਾਰੇ ਲੋਕਾਂ ਦੀ ਗੱਲ ਕਰੀਏ ਜਿਹੜੇ ਇਨਸਾਫ ਲਈ ਅੱਗੇ ਆਉਣਾ ਚਾਹੁੰਦੇ ਨੇ, ਚਲੋ ਇਨਸਾਫ ਨਹੀਂ ਮਿਲ ਰਿਹਾ, ਸਰਕਾਰ ਕਰਪਟ ਹੈ, ਉਹ ਇਨਸਾਫ ਨਹੀਂ ਦੇਣਾ ਚਾਹੁੰਦੇ, ਕੀ ਚੇਂਜ ਆ ਰਿਹਾ ਹੈ? ਤੁਸੀਂ 20-25 ਸਾਲ ਤੋਂ ਕੰਮ ਕਰ ਰਹੇ ਹੋ। देखो वो कहते हैं ना कि एक मछली तालाब को गंदा करती है, या कहते हैं चेन का जो एक लिंक कमजोर है तो पूरी चेन टुट जाती है, कितनी भी स्ट्रॉन्ग होए। तो अनफॉर्चुनेटली चाहे असी पॉलिटिक्स कहिए, चाहे पुलिस डिपार्टमेंट, ब्यूरोक्रेसी डिपार्टमेंट्स करप्ट नहीं होंगे। मैं बार बार ये चीज़ रिपीट कर रही हूँ, लोग करप्ट होंगे हैं, इंडिविजुअल्स गलत होंगे हैं। हुण जे पुलिस डिपार्टमेंट एक करप्ट या 2 करप्ट इंडिविजुअल हैं, या एक एजुकेशनल इंस्टीट्यूट ब्यूरोक्रेसी एक बंदा भी गलत है और साडे वर्गा कोई ले पर्सन उन्हां नाल इंटरैक्ट करता है, तो साडा ओपीनियन ये बनता है कि ऑफिसर्स करप्ट होते हैं, पॉलिटिशियन करप्ट होते हैं, पुलिस ऑफिसर्स करप्ट होते हैं। नो, मैं बार बार रिपीट करती हूँ, इंडिविजुअल्स करप्ट होते हैं। अनफॉर्चुनेटली जे 10 या 5 साल की कुड़ी का रेप होता है और वो पुलिस स्टेशन जाती है और ਉਹਦੇ ਨਾਲ ਕੋਈ इंग्लिश एक वर्ड होता है एम्पैथी, नॉट सिंपैथी। सिंपैथी किते ना किते तरस चल जाता है। एम्पैथी इज कि तुसी उस इंसान ਨੂੰ ਉਹਦੇ ਮੈਂਟਲ ਲੈਵਲ ਔਰ ਸੋਸ਼ਲ ਲੈਵਲ ਤੇ ਸਮਝੋ। ਤੁਸੀਂ ਇੱਕ ਪੁਲਿਸ ਸਟੇਸ਼ਨ 'ਚ ਬੈਠ ਕੇ ਇੱਕ ਵਿਕਟਿਮ ਨੂੰ ਜਾਂ ਇੱਕ ਸਰਵਾਈਵਰ ਨੂੰ ਰੂਡਲੀ ਟਰੀਟ ਕਰ ਰਹੇ ਹੋ, ਜਾਂ ਉਹਨੂੰ ਬਾਰ-ਬਾਰ ਬੁਲਾ ਰਹੇ ਹੋ, ਜਾਂ ਉਹਨੂੰ ਕੋਰਟ 'ਚ ਬਾਰ-ਬਾਰ ਪੇਸ਼ ਹੋਣਾ ਪੈ ਰਿਹਾ ਹੈ, ਜਦਕਿ ਥੈਂਕਸ ਟੂ ਦ ਜੁਡੀਸ਼ਰੀ ਡਿਪਾਰਟਮੈਂਟ ਕਾਫੀ ਹੌਲੀ-ਹੌਲੀ ਚੀਜ਼ਾਂ ਚੇਂਜ ਹੋ ਗਈਆਂ, ਵਿਕਟਿਮਸ ਨੂੰ ਇੰਨਾ ਸਫਰ ਨਹੀਂ ਕਰਨਾ ਪੈਂਦਾ। ਬਟ ਸਟਿਲ ਮੇਰੀ ਲਾਈਫ ਦੀ ਸਭ ਤੋਂ ਵੱਡੀ ਜੋ ਮੈਨੂੰ ਪੇਨ ਹੈ ਜਿਸ ਚੀਜ਼ ਦੀ, ਉਹ ਇਹ ਹੈ, ਉਹੀ ਤੁਹਾਡਾ ਸਵਾਲ ਕਿ ਡਿਊਰਿੰਗ ਐਂਡ ਆਫਟਰ देयर इज नो सपोर्ट, ਜ਼ੀਰੋ ਸਪੋਰਟ। ਉਹ ਬੱਚੇ ਗਲਤ ਰਸਤੇ 'ਤੇ ਜਾਂਦੇ ਆ, ਕੁੜੀਆਂ ਮੁੰਡੇ ਪ੍ਰੋਸਟੀਟਿਊਸ਼ਨ 'ਚ ਚਲੇ ਜਾਂਦੇ ਆ, ਸੁਸਾਈਡਲ ਅਟੈਂਪਟਸ ਕਰਦੇ ਆ, ਕ੍ਰਾਈਮ ਦੇ ਵਰਲਡ ਵਿੱਚ ਐਂਟਰ ਕਰ ਦਿੰਦੇ ਆ, ਡਰੱਗ ਐਡਿਕਟਸ ਹੋ ਜਾਂਦੇ ਆ। ਅਨਫੋਰਚੂਨੇਟਲੀ ਕੇਸ ਕੋਰਟ ਵਿੱਚ ਚਲਾ ਗਿਆ, ਪੁਲਿਸ ਵਾਲਿਆਂ ਨੇ 164 ਦੇ ਬਿਆਨ ਦੇ ਦਿੱਤੇ, ਮੈਜਿਸਟ੍ਰੇਟ ਦੇ ਅੱਗੇ ਪੇਸ਼ੀ ਹੋ ਗਈ, ਸਾਰਾ ਕੁਝ ਹੋ ਗਿਆ। ਬਟ ਵਾਟ ਅਬਾਊਟ ਦ ਸਰਵਾਈਵਰ ਐਜ਼ ਅ ਹਿਊਮਨ ਬੀਇੰਗ? ਐਗਜ਼ੈਕਟਲੀ, ਇੱਥੇ ਨਾ ਤੁਹਾਨੂੰ ਇੱਕ ਸਵਾਲ ਪੁੱਛੂਗੀ ਤੁਹਾਡੇ ਨਾਲ ਗੱਲ ਕਰਦੇ ਕਰਦੇ, ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਸਰਵਾਈਵਰ ਦੀ ਗੱਲ ਕਰ ਰਹੇ ਹਾਂ, 20-25 ਸਾਲ ਤੁਹਾਨੂੰ ਕੰਮ ਕਰਦੇ ਨੂੰ ਹੋ ਗਏ, ਐਂਡ ਈਵਨ ਟੁਡੇ ਆਲਸੋ ਇਨ 2023 ਪੀਪਲ ਡੂ ਨਾਟ ਵਾਂਟ ਟੂ ਟਾਕ ਅਬਾਊਟ ਮੈਂਟਲ ਹੈਲਥ, ਬਟ ਤੁਸੀਂ ਉਸ ਟਾਈਮ ਤੋਂ ਇਹ ਚੀਜ਼ ਕਰ ਰਹੇ ਹੋ, ਹੈ ਨਾ। ਇਟ ਇਜ਼ ਐਕਚੁਅਲੀ ਅ ਬਿਗ ਡੀਲ ਕਿ ਤੁਸੀਂ ਉਦੋਂ ਸੋਚ ਲਿਆ ਸੀ ਕਿ ਇਹਨਾਂ ਦੀ ਮੈਂਟਲ ਹੈਲਥ ਦਾ ਕੀ ਹੁੰਦਾ ਹੈ। ਸੋ ਇਹ ਤੁਸੀਂ ਫੋਰਨ ਘੁੰਮ ਕੇ ਆ ਕੇ ਤੁਹਾਨੂੰ ਲੱਗਿਆ ਵੀ ਇੱਥੇ ਵੀ ਇਦਾਂ ਦਾ ਕੁਝ ਹੋਣਾ ਚਾਹੀਦਾ ਹੈ। नहीं, फॉरेन तो मैं घट्टो घट 15-16 कंट्रीज विजिट की हैं, ऐसा कुछ नहीं है, पर रियलिटी ये है कि जो साडी कंट्री है सासी तो ਉਹਦੇ ਨਾਲ ਹੀ ਡੀਲ ਕਰਨਾ ਹੈ ਨਾ। ਹੁਣ ਕੈਨੇਡੀਅਨ ਪੁਲਿਸ ਨੇ ਮੈਨੂੰ ਮੇਰੇ ਪੌਕਸੋ ਦੇ ਕੰਮ ਲਈ ਆਨਰ ਕੀਤਾ ਹੈ ਲਾਸਟ ਈਅਰ। ਨਥਿੰਗ ਗ੍ਰੇਟ, ਯੂਐਸ ਦੀ ਆਰਗੇਨਾਈਜੇਸ਼ਨ ਹੈ, ਉਹਨਾਂ ਨੂੰ ਮੇਰੀ ਮੈਂਸਟਰਲ ਹਾਈਜੀਨ ਔਰ ਜੋ ਪੈਡ ਦਾ ਸੈਨੀਟਰੀ ਪੈਡ ਦਾ ਮੈਂ ਡਿਜ਼ਾਈਨ, ਉਹਦੇ ਲਈ ਉਹਨਾਂ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ। ਸੋ ਬਟ ਮਾਈ ਪੁਆਇੰਟ ਇਜ਼, ਮੈਂ ਉਹ ਜੋ ਜਿੱਤ ਹਾਸਿਲ ਕਰਨੀ ਹੈ ਉਹ ਆਪਣੇ ਦੇਸ਼ 'ਚ ਕਰਨੀ ਹੈ, ਇੰਡੀਆ 'ਚ ਕਰਨੀ ਹੈ। ਦੂਜੇ ਦੇਸ਼ਾਂ ਨੂੰ ਦਿਖਾ ਕੇ ਮੈਂ ਕੀ ਕਰਨਾ ਹੈ? ਇੱਥੇ ਮੈਨੂੰ ਉਹ ਰਿਜ਼ਲਟ ਚਾਹੀਦੇ ਹੈ ਕਿ ਇੱਕ ਬੱਚੀ ਰਾਤ ਨੂੰ 2 ਵਜੇ ਵੀ ਜੇ ਘਰ ਦੇ ਦਰਵਾਜ਼ੇ ਤੇ ਖੜੀ ਹੈ ਤਾਂ ਉਹਦੇ ਕੈਰੈਕਟਰ ਤੇ ਉਂਗਲੀ ਨਹੀਂ ਚੱਕੀ ਜਾਏਗੀ। ਜੇ ਇੱਕ ਮਾਂ-ਬਾਪ ਆਪਣੇ 4 ਜਾਂ 5 ਸਾਲ ਦੀ ਜਾਂ 6 ਮਹੀਨੇ ਦੀ ਬੱਚੀ ਨੂੰ
ਆਪਣੇ ਬ੍ਰਦਰ ਜਾਂ ਰਿਲੇਟਿਵ ਨੂੰ ਸੰਭਲਵਾ ਕੇ ਜਾਂਦੇ ਆ ਕਿ ਅਸੀਂ ਹੁਣੇ ਆਏ, ਤੇ ਉਹਨਾਂ ਨੂੰ ਇਹ ਫੀਅਰ ਨਹੀਂ ਹੋਣਾ ਚਾਹੀਦਾ ਕਿ ਪਿੱਛੋਂ ਸਾਡੀ ਬੱਚੀ ਖਤਮ ਹੋ ਜਾਏਗੀ ਜਾਂ ਉਹਦਾ ਰੇਪ ਹੋ ਜਾਏਗਾ ਜਾਂ ਉਹਦਾ ਮਰਡਰ ਹੋ ਜਾਏਗਾ। ਔਰ ਸਭ ਤੋਂ ਤੁਹਾਨੂੰ ਇੱਕ ਟ੍ਰੈਜਡੀ ਦੀ ਗੱਲ ਦੱਸਾਂ, ਇਹ ਇੱਕ ਬਹੁਤ ਵੱਡੀ ਗਲਤਫਹਿਮੀ ਹੈ ਕਿ ਇਹ ਜੋ ਘਟਨਾਵਾਂ ਹੈ ਇਹ ਗਰੀਬ ਜਾਂ ਅਨਪੜ੍ਹ ਤਬਕੇ 'ਚ ਹੁੰਦੀਆਂ। ਸਭ ਤੋਂ ਜ਼ਿਆਦਾ ਇਹ ਜੋ ਇੰਸੀਡੈਂਟ ਆਫ ਪੌਕਸੋ ਹੈ ਜਾਂ ਅਸੌਲਟ, ਸੈਕਸ਼ੂਅਲ ਅਸੌਲਟ ਹੈ, ਇਹ ਮਿਡਲ ਕਲਾਸ ਫੈਮਿਲੀਜ਼ 'ਚ ਹੁੰਦਾ ਹੈ। ਮੈਮ ਅਸੀਂ ਰੇਪ ਵਿਕਟਿਮਸ ਦੀ ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਪਰ ਜਿਹੜੇ ਰੇਪਿਸਟ ਹੁੰਦੇ ਆ, ਆਈ ਥਿੰਕ ਯੂ ਆਰ ਰਾਈਟ ਪਰਸਨ ਟੂ ਆਸਕ, ਹੈ ਨਾ, ਉਹਨਾਂ ਦਾ ਕੀ ਮੈਂਟਲ ਸਟੇਟ ਹੁੰਦਾ? ਆਈ ਮੀਨ ਹੁਣ ਚਲੋ ਸਮਝ ਆ ਗਿਆ ਕੁੜੀ ਸਕਰਟ ਪਾ ਕੇ ਬਾਹਰ ਜਾ ਰਹੀ ਹੈ ਤਾਂ No. ਉਹ ਤੁਹਾਨੂੰ ਉਤੇਜਿਤ ਕਰ ਰਹੀ, ਬਟ ਵਾਟ ਅਬਾਊਟ ਦ 6 Newborn babies. ਨਿਊਬੋਰਨ ਬੇਬੀਜ਼? Diapers don't excite you. ਐਗਜ਼ੈਕਟਲੀ। ਇੱਕ ਅੱਧੇ ਸਾਲ ਪਹਿਲੇ ਦਿੱਲੀ 'ਚ ਇੱਕ 90 ਇਅਰਸ ਦੀ ਲੇਡੀ ਦਾ ਰੇਪ ਹੋਇਆ ਸੀ। ਸੋ ਰੇਪ ਹੈਜ਼ ਗੋਟ ਨਥਿੰਗ ਟੂ ਡੂ ਵਿਦ ਦ ਵਿਕਟਿਮ, ਰੇਪ ਹੈਜ਼ ਗੋਟ ਐਵਰੀਥਿੰਗ ਟੂ ਡੂ ਵਿਦ ਦ ਰੇਪਿਸਟ। ਦੇਖੋ, ਇੱਕ ਹੁੰਦੀ ਹੈ ਕ੍ਰਾਈਮ ਆਫ ਓਪਰਚੁਨਿਟੀ। ਯੂ ਆਰ ਫਰਸਟ੍ਰੇਟਡ ਸੈਕਸ਼ੂਅਲੀ, ਤੁਹਾਨੂੰ ਇੱਕ ਵਿਕਟਿਮ ਮਿਲ ਗਿਆ ਜਿਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ, ਤੁਸੀਂ ਇਹ ਹਰਕਤ ਕੀਤੀ, ਬਾਅਦ ਪਛਤਾਉਣ ਦਾ ਫਾਇਦਾ ਨਹੀਂ, ਤੁਸੀਂ ਅਰੈਸਟ ਹੋ ਗਏ, ਠੀਕ ਹੈ, ਫਿਰ ਤੋਂ ਚਲੋ ਕੋਰਟ ਦਾ ਪ੍ਰੋਸੈਸ ਹੋ ਗਿਆ। ਹੁਣ ਦੇਖੋ there are two categories, sociopath, psychopath. Psychopath is ਜਿਹਦੇ ਤੇ ਕਿਸੇ ਇਮੋਸ਼ਨ ਦਾ ਅਸਰ ਹੀ ਨਹੀਂ ਹੁੰਦਾ। मर्डर, भैया तूने ये मर्डर क्यों किया, रेप क्यों किया, कर दिया, मेरा मन था मैंने कर दिया। एग्जैक्टली, That's what our society has come down to. और इस सब ਦਾ ਕਿਤੇ ਨਾ ਕਿਤੇ ਜਾ ਕੇ ਜੇ ਸਾਮਾਪਾਸੀ ਕਰੀਏ ਤਾਂ ਇਟ ਇਜ਼ ਅੱਜ ਵੀ 2023 ਚ ਵੀ ਅਸੀਂ ਇੱਕ ਪੁਰਸ਼ ਪ੍ਰਧਾਨ ਸਮਾਜ ਵਿੱਚ ਜੀ ਰਹੇ ਹਾਂ ਜਿੱਥੇ men decide what women will do। और क्योंकि कुड़ियां पढ़न लग गई हैं, बाहर जाके काम करन लग गई हैं, तो नाउ इट इज अबाउट कंट्रोल एंड पावर कि तू कुछ भी कर ले, मैं तेरी जिंदगी खराब कर सकता। सो जिस समाज च ਅਸੀਂ ਰਹਿ ਰਹੇ हैं, आई एम सॉरी, बहुत सारे चेंजेस रिक्वायर्ड हैं। मैं तो ਤੁਹਾਡੇ ਤੁਸੀਂ ਅੱਜ ਆਏ ਹੋ, मैं बहुत खुश ਹਾਂ कि शायद इस रस्ते किसी एक या दो लोगों ਨੂੰ ਇਹ ਗੱਲ ਸਮਝ ਆ ਜਾਏ ਕਿ ਜਿਨ੍ਹਾਂ ਦੀ ਸੋਲ, ਜਿਨ੍ਹਾਂ ਦੀ ਆਤਮਾ ਬ੍ਰੋਕਨ ਹੈ, ਜਿਹੜੇ ਸ਼ੈਟਰਡ ਹੈ ਲੋਕ, ਉਹਨਾਂ ਨੂੰ ਵੀ ਕੰਧੇ ਤੇ ਹੱਥ ਚਾਹੀਦਾ ਹੈ, ਉਹਨਾਂ ਦੇ ਵੀ ਆਂਸੂ ਪੁੰਝਣ ਵਾਲਾ, ਉਹਨਾਂ ਦੀ ਗੱਲ ਸੁਣਨ ਵਾਲਾ ਕੋਈ ਹੋਣਾ ਚਾਹੀਦਾ है। दैट इज व्हाट इज अ ग्रीफ काउंसलर, नॉट आपको साइकोलॉजी का कोई ज्ञान दे, ऐसा कुछ नहीं है। आपको दर्द है, आपको उस टाइम दवा चाहिए, आपको उस टाइम ये नहीं चाहिए कि आपको चोट क्यों लगी। फेमिनिज्म आजकल बड़ा चल रहा है। फेमिनिज्म एक्चुअली लोग बड़ा कंफ्यूज कर देते हैं डेफिनेशन ਨੂੰ, फेमिनिज्म ਤੇ women empowerment ਦੀ। ਤੁਸੀਂ ਇਸ ਤੇ ਕੀ ਕਹੋਗੇ? देखो, फेमिनिज्म एंड फेमिनिन दो अलग वर्ड्स हैं। देखो, फेमिनिन इज बीइंग अ फीमेल or behaving in a specific way. Feminism is initially it was more about woman power. Now it is about male bashing. कि ਅਸੀਂ ਜਦ ਤੱਕ ਅਸੀਂ we don't insult men ਤੇ ਸਾਡਾ ਔਰਤ ਹੋਣਾ ਕਾਮਯਾਬ ਨਹੀਂ ਹੈ, ਉਹ ਗਲਤ ਹੈ। ਕਿਤੇ ਨਾ ਕਿਤੇ I don't respect that, मतलब that translation of feminism। ਕਿਉਂਕਿ ਦੇਖੋ ਇਸ ਕਾਰਨ, ਦੇਖੋ ਠੀਕ ਹੈ, ਮੈਂ ਮੰਨਦੀ ਹਾਂ ਨਿਰਭਇਆ ਐਡੀ ਵੱਡਾ ਸਾਡੇ ਨਾਲ ਟ੍ਰੈਜਡੀ ਹੋਈ ਸਾਡੀ, ਇਟ ਵਾਜ਼ ਅ ਨੇਸ਼ਨ ਵਾਈਡ ਐਂਗਰ, ਐਂਡ ਹੱਲੇ ਵੀ ਜੈਸੇ ਬਿਲਕਿਸ ਬਾਨੋ ਦਾ ਹੋਇਆ, ਕਿੰਨੀ ਸਾਰੀ ਚੀਜ਼ਾਂ ਹੋ ਰਹੀਆਂ, ਹੱਲੇ ਵੀ ਹੋ ਰਹੀਆਂ। ਓਨਲੀ ਪ੍ਰੋਬਲਮ ਇਜ਼ ਕਿ ਵਨਸ ਇਹ ਚੀਜ਼ ਡਿਸਾਈਡਡ ਹੈ, ਫਾਈਨ, ਜਿਨ੍ਹਾਂ ਨੂੰ ਪਨਿਸ਼ਮੈਂਟ ਹੋ ਗਈ, ਕਨਵਿਕਟ ਹੋ ਗਏ, ਸਾਰਾ ਕੁਝ ਹੋ ਗਿਆ। ਦੋ ਚੀਜ਼ਾਂ, ਆਦਮੀਆਂ ਨੂੰ ਜੋ ਬਿਨਾਂ ਕਰਦੇ ਉਹ ਟਰਾਮਾ ਚੋਂ ਨਿਕਲਦੇ ਹੈ, ਜੋ ਕਸੂਰਵਾਰ ਨਹੀਂ ਹੁੰਦੇ, ਉਹਨਾਂ ਦੀ ਮੈਂਟਲ ਰੀਹੈਬਿਲਿਟੇਸ਼ਨ ਦਾ ਕੋਈ ਪ੍ਰੋਸੈਸ ਨਹੀਂ ਹੈ। ਔਰ ਜਿਸ ਕੁੜੀ ਨਾਲ ਜਾਂ ਲੇਡੀ ਨਾਲ ਹੀ ਹੁੰਦਾ ਹੈ, ਅਗੇਨ ਉਹੀ ਗੱਲ, ਉਹਨਾਂ ਦੀ ਵੀ ਮੈਂਟਲ ਰੀਹੈਬਿਲਿਟੇਸ਼ਨ ਡਜ਼ ਨਾਟ ਐਗਜ਼ਿਸਟ ਇਨ ਆਵਰ ਕੰਟਰੀ, ਠੀਕ ਹੈ। ਸੋ ਫੈਮਿਨਿਜ਼ਮ ਇਜ਼ ਮੋਰ ਅਬਾਊਟ ਬੀਇੰਗ ਅ ਸਟਰੋਂਗ ਫੀਮੇਲ, ਨਾਟ ਅਬਾਊਟ ਜੋ ਦੂਜੇ ਨੂੰ ਆਪਣੇ ਤੋਂ ਛੋਟਾ ਦਿਖਾਣਾ ਜਾਂ ਉਹਦੀ ਇਨਸਲਟ ਕਰਨਾ, ਚਾਹੇ ਉਹ ਫੀਮੇਲ ਹੈ, ਚਾਹੇ ਉਹ ਮੇਲ ਹੈ, ਜਾਂ ਕੋਈ ਵੀ ਹੋਰ ਜੈਂਡਰ ਹੈ। ਸੋ ਫੈਮਿਨਿਜ਼ਮ ਅਕॉर्डिंग टू मी इज समथिंग डिफरेंट। डेफिनेशन इज डिफरेंट बट बड़ा कंफ्यूज करता है। सो जिथे गल वड्डी कुड़ियां दी हो रही है ना, बट आई हर्ड, आई इवन सॉ योर पिक्चर्स कि तुसी बच्चों को भी काउंसल कर रहे हो, व्हाट इज गुड टच एंड बैड टच। सो आई थिंक फ्यू मोर किड्स आर ऑन द वे। अब असी उन्हां नाल भी गल करांगे, आई थिंक दिस इज गोइंग टू बी वेरी एक्सक्लूसिव। एक काम करते हैं, इट्स बेटर टू सिट विद किड्स एंड देन टॉक अबाउट इट, Okay. teach them what is good and bad touch। so ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਣੇ ਰਹੋ ਸਾਡੇ ਨਾਲ।
ਸੋ ਅੱਜ ਮੌਕਾ ਵੀ ਆ ਤੇ ਹਰ ਕੋਈ ਮੌਜੂਦ ਵੀ ਆ ਜਿੱਥੇ ਅਸੀਂ ਗੱਲ ਕਰ ਰਹੇ ਸੀ ਕੁੜੀਆਂ ਬਾਰੇ ਤੇ ਬੈਲ ਵੱਜੀ ਤੇ ਹੈ ਨਾ ਮੌਕੇ ਤੇ ਚੌਕਾ ਕੁੜੀਆਂ ਨੇ ਮਾਰੇ ਇਹਨਾਂ ਨੂੰ ਹੋਲੀ ਦੇ ਰੰਗ ਲਗਾਉਣ ਬੱਚੇ ਆਏ ਸੀ ਤੇ ਸਾਨੂੰ ਲੱਗਿਆ ਕਿ ਕਿਉਂ ਨਾ ਕੁੜੀਆਂ ਨਾਲ ਥੋੜੀ ਜਿਹੀ ਇੰਟਰੈਕਸ਼ਨ ਹੋ ਜਾਵੇ ਸੋ ਮੇਰੇ ਨਾਲ ਛੋਟੀ ਛੋਟੀ ਬੱਚੀਆਂ ਨੇ ਹਾਈ ਵਾਟਸ ਯੂਰ ਨੇਮ ਨਾਇਸ਼ਾ ਤੁਸੀਂ ਕਿੰਨੇ ਸਾਲ ਦੇ ਹੋ 14 ਸੋ ਨਾਇਸ਼ਾ ਤੁਸੀਂ ਜਾਣਦੇ ਹੋ ਕਿ ਰੀਨੂ ਮੈਮ ਇੱਕ ਗ੍ਰੀਫ ਕਾਉਂਸਲਰ ਨੇ ਤੇ ਜਿੱਦਾਂ ਮੈਂ ਦੇਖਿਆ ਕਿ ਤੁਹਾਡੇ ਨਾਲ ਬੱਚਿਆਂ ਦਾ ਬੌਂਡ ਵੈਸੇ ਹੀ ਬਹੁਤ ਸੋਹਣਾ ਹੈ ਸੋ ਆਈ ਥਿੰਕ ਦੇ ਆਰ free to talk about things. Naisa, you know कि society ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਠੀਕ ਹੈ and people are not safe, girls are not safe and she is the person behind it ਜਿਹੜੀ we can talk about it very bluntly right ਜਿਹੜੇ rape victims ਨੇ ਜਾਂ ਜਿਹੜੇ eve teasing ਜਾਂ acid victims ਨੇ ਉਹਨਾਂ ਸਾਰਿਆਂ ਨੂੰ ਇਹ ਕਾਉਂਸਲ ਕਰਦੇ ਨੇ and country like India ਜਿੱਥੇ mental health ਬਹੁਤ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਉੱਥੇ if I talk to you ਕਿ ਤੁਸੀਂ you must be having boys friends around you so do you know what is good touch what is bad touch and what is eve teasing bully ਕਰਨਾ ਤੁਸੀਂ ਇਹਨਾਂ ਚੀਜ਼ਾਂ ਤੋਂ ਵਿਚਰਦੇ ਹੋ ਤੁਸੀਂ ਕਿੱਦਾਂ ਰਿਐਕਟ ਕਰਦੇ ਹੋ ਕਿ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਆਪਣੇ ਪੈਰੈਂਟਸ ਨਾਲ ਤੁਹਾਡਾ ਕੀ ਥॉट है इस पे हाँ मुझे पता है गुड टच बैड टच क्या होता है मुझे सारा पता है आई रिएक्ट लाइक पहले तो अगर वो कुछ मेरे साथ कभी हुआ नहीं है कोई भी ना ज़्यादा अच्छा है बट अगर ऐसा कुछ होता है पहले तो अगर ज़्यादा कर रहा है तो मार देना मैंने उसे बट पहले तो मना करो कि क्या कर रहे हो ये ऐसे कभी ना करो तो ऐसे है मेरा थॉट इसके अंदर So मतलब first you talk nicely, then you hit the person. Good one. so I think से कंपनी का असर हो रहा है so A I think सब तो छोटे ने what is your name ਗੁਨੀ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ 5th ਸੋ ਗੁਨੀ ਜੋ ਅਸੀਂ ਗੱਲ ਕਰ ਰਹੇ ਤੁਹਾਨੂੰ ਸਮਝ ਆ ਰਹੀ ਅਸੀਂ ਕਿਹਦੇ ਬਾਰੇ ਗੱਲ ਕਰ ਰਹੇ ਹਾਂ yes what are we talking about bad touch and good touch what is bad touch to touch anybody at the wrong place is known as bad touch so who taught you this mama that's so great ਕਿ ਇਹ ਚੀਜ਼ ਘਰ ਤੋਂ ਸ਼ੁਰੂ ਹੋ ਰਹੀ ਹੈ ਹਾਂ। ਤੇ ਪੈਰੈਂਟਸ ਟੀਚ ਕਰ ਰਹੇ ਨੇ ਬੱਚਿਆਂ ਨੂੰ That is true ਕਿਉਂਕਿ ਉਹ ਕਹਿੰਦੇ ਚੈਰਿਟੀ ਬਿਗਿਨਸ ਐਟ ਹੋਮ ਉੱਥੋਂ ਹੀ ਅਸਲੀ ਸ਼ੁਰੂਆਤ ਹੈ ਜੀ ਜੀ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਸੋਸਾਇਟੀ 'ਚ ਜਾਂ ਸਕੂਲ 'ਚ ਜਾਂ ਕੋਈ ਵੀ ਸਰਕਮਸਟੈਂਸਸ ਹੈ ਤੁਸੀਂ ਉਸ 'ਚ ਆਪਣੇ ਆਪ ਨੂੰ ਸੇਫ ਔਰ ਪ੍ਰੋਟੈਕਟਡ ਰੱਖ ਸਕਦੇ ਹੋ ਜੀ ਜੀ ਸੋ ਸਕੂਲ ਦੇ ਵਿੱਚ ਤੁਹਾਨੂੰ ਇਹ ਸਭ ਕੁਝ ਸਿਖਾਇਆ ਜਾਂਦਾ ਹੈ ਕਿ ਜਦੋਂ ਕੋਈ ਤੁਹਾਨੂੰ ਬੁਲੀ ਕਰੇ ਕੋਈ ਈਵ ਟੀਜ਼ਿੰਗ ਹੋਵੇ ਤਾਂ ਉਸ ਨਾਲ ਕਿਵੇਂ ਡੀਲ ਕਰਨਾ ਹੈ ये सिखाया जाता है सो की कहते हैं ਤੁਹਾਡੇ टीचर्स हमारे को बताया जाता है अगर आपको गुड टच अगर आपको कोई बैड टच करे तो आपको अपने पेरेंट्स को बताना चाहिए टीचर्स को बताना चाहिए आपको खुद सारे डिसीजंस नहीं लेने चाहिए आपको दूसरों की हेल्प लेनी चाहिए जो कि आपसे बड़े हैं ਦੇ ਆਰ ਵੋਕਲ ਅਬਾਊਟ ਇਟ ਕਿ ਤੁਸੀਂ ਬੇਟਾ ਕਦੇ ਇਦਾਂ ਦਾ ਕੁਝ ਫੇਸ ਕੀਤਾ ਹੈ ਆਪਣੇ ਆਲੇ ਦੁਆਲੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਦੇਖ ਰਿਹਾ ਹੋਵੇ ਤੁਹਾਨੂੰ ਗਲਤ ਤਰੀਕੇ ਨਾਲ ਟੱਚ ਕਰ ਰਿਹਾ ਹੋਵੇ ऑब्जर्व करती हूँ कि वो क्या कर रहा है मेरी तरफ देख रहा है या नहीं और उसके बाद अगर देख रहा है तो फिर अगर मैं घर के बरामदे में होती हूँ तो अंदर चली जाती हूँ और अपनी मम्मा को कॉल करूँगी और अगर आप बाहर हो स्कूल में हो या बाजार में हो फिर उसके अंदर तो क्या ही कर सकते देखो सी थैंक यू बेटे ਇਹ ਇੱਕ ਪੁਆਇੰਟ ਹੈ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ ਬਲਕਿ ਜਿੰਨੀ ਪਬਲਿਕ ਪਲੇਸ ਹੈ ਤੁਸੀਂ ਉੱਥੇ ਜ਼ਿਆਦਾ ਸੇਫ ਹੋ ਕਿਉਂਕਿ ਸਾਡੇ ਹਿੰਦੁਸਤਾਨ 'ਚ ਜੋ ਕਹਿੰਦੇ ਆ ਨਾ ਉਹ ਭੇੜ ਚਾਲ ਜੇ ਤੁਸੀਂ ਇੱਕ ਬੰਦੇ ਨੂੰ ਜੇ ਉੱਚੀ ਆਵਾਜ਼ 'ਚ ਡਾਂਟ ਵੀ ਦਿਓ ਤੇ ਸਾਰਾ ਸ਼ਹਿਰ ਇਕੱਠਾ ਹੋ ਜਾਏਗਾ ਉਹਨੂੰ ਕੁੱਟਣ ਲਈ ਬਿਲਕੁਲ ਬਿਲਕੁਲ ਇਸ ਲਈ ਚੁੱਪ रहना इज नॉट एन ऑप्शन पेरेंट्स को बताओ अगर आप बाजार में अकेले भी हो ना नॉर्मली आपको 90% कोई ना कोई पुलिस वाला या कोई ना कोई वहाँ घूमता मिल जाएगा ठीक है ना मैंने खुद ट्राई किया है रैंडमली एज एन एक्सपेरिमेंट कि पुलिस की गाड़ी को मैंने रोका कि मेरे को घर छोड़ दो दे एक्चुअली ड्रॉप्ड मी होम अगर मान लो मम्मी अवेलेबल नहीं है मम्मी घर में ही नहीं है फिर पब्लिक में होते हैं तो फिर अगर वो आपके पास आता है तो फिर पहले तो अपना डिस्टेंस रखने की हाँ। कोशिश करो और उसके बाद अगर वो कुछ और करने की कोशिश भी करता है तो फिर मारो आप कुछ भी रिएक्शन दे सकते हो ये बच्चे हैं और आप कुछ भी रिएक्शन आपको पत्थर न जा पत्थर उठा के वाले बिकॉज एट दैट पॉइंट ऑफ टाइम योर सेफ्टी इज यू नो मोस्ट इम्पोर्टेंट पब्लिक में शाउट हाँ इस बार ना जो वुमेन्स डे का जो सो कॉल्ड थीम है दैट इज डिजिटल ग्रोथ फॉर फीमेल्स उसमें हमारे एज ग्रुप के लोग भी आते हैं बट पॉइंट इज हर मोबाइल फोन में इमरजेंसी कॉल बटन है 112 हर पूरे कंट्री में डायल होता है राइट एंड
मेरा तो फेवरेट हैशटैग इज स्पीक अप। कहते हैं ना लड़कियां और लेडीज बहुत बोलती हैं, चिल्लाओ जितनी जोर से चिल्ला सकते हो, अपने आप दो लोग पूछेंगे क्या बात है। बिल्कुल। और जेड़े जो कहते हैं ना छेड़न की सोचेगा भी हमें कुट खा लेगा, तो बेटर सेफ देन सॉरी। ये तो निकाल दो दिमाग से कि कोई देखेगा, कोई क्या सोचेगा, कोई क्या कहेगा, फॉरगेट अबाउट इट। हमारी फर्स्ट प्रायोरिटी हमारी सेल्फ रिस्पेक्ट, हमारी सेफ्टी। बिल्कुल। सो ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕੁੜੀਆਂ ਨੂੰ ਵਿਮਨਸ ਡੇ ਆ ਨਾਲ ਹੀ ਬੋਲੀ ਆ। ਆਈ ਥਿੰਕ ਵਨ ਥਿੰਗ ਆਈ ਰੀਅਲੀ ਵਾਂਟ ਟੂ ਟਾਕ ਅਬਾਊਟ ਵਿਦ ਯੂ ਗਰਲਸ, ਕਿਉਂਕਿ ਅਸੀਂ ਇਸ ਏਜ ਗਰੁੱਪ ਤੋਂ ਨਿਕਲ ਚੁੱਕੇ ਹਾਂ ਐਂਡ ਟੱਚਵੁੱਡ ਕਦੇ ਕੁਛ ਅਦਾ ਹੋਇਆ ਨਹੀਂ, ਬਟ ਕਦੇ ਵੀ ਕਿਸੇ ਦਾ ਇੱਕ ਛੋਟਾ ਜਿਹਾ ਬੁਲੀ ਵੀ ਹੈ ਤੁਸੀਂ ਉਸ ਤੇ ਵੀ ਰਿਟੈਲੀਏਟ ਕਰ ਰਹੇ ਹੋ, ਤੁਸੀਂ ਕਦੇ ਚੁੱਪ ਨਹੀਂ ਬਹਿਣਾ, ਕਿਉਂਕਿ ਚੁੱਪ ਰਹਿਣਾ ਜਿੱਦਾਂ ਮੈਮ ਨੇ ਕਿਹਾ ਇਜ਼ ਨॉट ਅ ਸੋਲੂਸ਼ਨ। सबसे बड़ा रोग क्या कहेंगे लोग। सो डोंट थिंक ऑफ इट, जस्ट से इट। कदे भी तो कोई करता नहीं, इनफैक्ट फैमिली मैंबर्स और मे बी योर फ्रेंड्स और ਤੁਹਾਡਾ ਕੋਈ ਨੋਨ ਤੁਹਾਨੂੰ ਕਿਸੇ ਵੀ ਬੁਰੀ ਨਜ਼ਰ ਨਾਲ ਦੇਖ ਕੇ ਕੋਈ ਬੈਡ ਟੱਚ ਹੋਵੇ, ਤੁਸੀਂ ਅੱਜ ਪ੍ਰੋਮਿਸ ਕਰੋ ਸ਼ੋਅ ਤੇ ਕਿ ਤੁਸੀਂ ਰਿਐਕਟ ਕਰੋਗੇ। जी ਵਿਲ ਯੂ ਰਿਐਕਟ? ਜਿੱਦਾਂ ਮੈਂ ਇਨੀਸ਼ੀਅਲੀ ਕਿਹਾ ਕਿ ਡਿਸਟ੍ਰਿਕਟ ਲੈਵਲ, ਸਟੇਟ ਲੈਵਲ, ਨੈਸ਼ਨਲ ਲੈਵਲ, ਇਨਫੈਕਟ ਇੰਟਰਨੈਸ਼ਨਲ ਲੈਵਲ ਤੁਸੀਂ ਕਿਹਾ ਕੈਲਗਰੀ ਦੇ ਵਿੱਚ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ। ਸੋ ਆਈ ਥਿੰਕ ਸ਼ੀ ਇਜ਼ ਦ ਰਾਈਟ ਪਰਸਨ ਟੂ ਟਾਕ। ਬਟ ਜਿੰਨੀ ਦੇਰ ਦੀ ਸਾਡੀ ਗੱਲ ਚੱਲ ਰਹੀ ਨਾ, ਇੱਕ ਸਵਾਲ ਬਾਰ-ਬਾਰ ਮੇਰੇ ਜ਼ਿਹਨ 'ਚ ਆ ਰਿਹਾ। 20-25 ਸਾਲ ਪਹਿਲਾਂ ਤੁਸੀਂ ਸ਼ੁਰੂ ਕੀਤਾ ਸੀ, ਆਈ ਥਿੰਕ ਆਈ ਕੈਨ ਟਾਕ ਅਬਾਊਟ ਇਟ। ਯੈਸ ਯੈਸ। ਕਦੇ ਤੁਸੀਂ ਆਪਣੀ ਯੰਗ ਏਜ ਦੇ ਵਿੱਚ ਜਾਂ ਕਦੇ ਅੱਜ ਕੱਲ੍ਹ ਹੁਣ ਕਦੇ ਇੱਦਾਂ ਦਾ ਕੁਝ ਫੇਸ ਕੀਤਾ ਕਿ somebody is bullying you or something? 100 times। हम उस जनरेशन में यूनिवर्सिटी जाते थे जहाँ रेशो वाज 4000 बॉयज एंड 200 गर्ल्स। मतलब कुड़ियां ਦਾ ਪੜ੍ਹਨਾ ਹੀ ਇੱਕ ਬਹੁਤ ਵੱਡਾ ਪ੍ਰੋਜੈਕਟ ਸੀਗਾ। ਜੇ ਤੁਸੀਂ ਸਾਈਕਲ ਤੇ ਜਾ ਰਹੇ ਹੋ ਤਾਂ ਤੁਹਾਨੂੰ ਕੋਈ ਛੇੜ ਦੇਗਾ, ਸਕੂਟਰ ਚਲਾ ਰਹੇ ਹੋ ਫਿਰ ਤਾਂ ਤੁਸੀਂ ਵੀ ਬਿਲਕੁਲ ਹੀ ਵਿਗੜੇ ਹੋਏ ਹੋ, ਔਰ ਜੇ ਕੋਈ 4 ਵੀਲਰ ਚਲਾ ਰਹੀ ਹੋ, ਗॉड ਫॉरबिड। तो मैं उस जनरेशन से बिलोंग करती हैं ਜਿਹਦੇ ਕਹਿੰਦੇ ਨੇ ਲੜਕੀਆਂ ਦਿਖਾਈ ਦੇਣੀ चाहिए, सुनाई भी देनी चाहिए। आई बिलोंग टू दैट जनरेशन, आई एम 59 years old। तो आप अंदाजा लगा लो कि 25 साल पहले भी माइनस कर लो अगर आप, तो आई वॉज इन माई 30s। इवन नाउ अगर बीइंग अ फीमेल मुझे ये कहा जाता है कि तू ये काम क्यों कर रही है, तेनू की लोड़ है कुड़ियां लिए कुछ करोगे, आराम नाल अपने घर बैठ, तेनू पब्लिक चाहन का की शौक है, तेनू लीडर बनने का की शौक है। मैं कहनी ठीक है मैं नहीं करती, तुसी करो। पॉइंट इज somebody has to swim against the flow। Exactly। किसी को तो करना है ना, why not me? Exactly। So ਜਿੱਦਾਂ ਮੈਂ ਬਾਰ-ਬਾਰ ਕਹਿ ਰਹੀ ਹਾਂ, we need more people like you and I'm sure ਇਸ conversation ਤੋਂ ਬਾਅਦ ਇਹ ਬੱਚੇ ਵੀ ਬਹੁਤ ਕੁਝ ਸਿੱਖ ਰਹੇ ਨੇ and I'm sure ਜਦੋਂ ਅਸੀਂ vocal ਹੋਏ ਤਾਂ they'll definitely react for the next time। डरना नहीं, बस मेरा तो मूल मंत्र है, डोंट लेट एनीबॉडी स्केयर यू, डोंट लेट एनीबॉडी स्केयर यू। डर हमारी सबसे बड़ी वीकनेस है। वही तुम्हारी बात की सबसे बड़ा रोग भी लोग क्या कहेंगे लोग। हम अपने घर वालों से डरते हैं, अपने फ्रेंड सर्कल से, टीचर से डरते हैं, तो फिर हम बात किससे करेंगे जाके? बिल्कुल। तो उसमें कहीं कितने ना कितने कहते हैं कि मेरे जैसे लोगों का रोल आ जाता है, क्योंकि मम्मी मम्मी बन के बोलेगी, भैन भैन बन के बोलेगी, मैं ਤੁਹਾਡੀ कोई रिश्तेदार नहीं है, तो इसलिए मैं भी मैं अनबायस्ड होके निष्पक्ष होके ਤੁਹਾਨੂੰ ਤੁਹਾਡੀ प्रॉब्लम ਦਾ सॉल्यूशन दे सकती हैं। मेरी तो यही एफर्ट है एज लॉन्ग एज आई एम अलाइव। So thank you so much Renu ma'am, it was You're lovely welcome। lovely talking to you and this was something And very these exclusive। प्यारे प्यारे बच्चे। Exactly, this was something very exclusive। I think this is happening for the very first time that we are sitting on special day आज women's day ਆ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਇਹਦੇ ਬਾਰੇ। ਇਸ ਤੋਂ ਮੌਕਾ ਕੋਈ ਚੰਗਾ ਹੋ ਨਹੀਂ ਸਕਦਾ ਸੀ ਇਹਦੇ ਬਾਰੇ। और जे ये बच्चों का इथों टेक अवे ये है that they need to be strong, they need to be safe and they need to communicate। ਤੇ ਮੇਰੀ ਜੰਗ ਦੇ ਵਿੱਚ ਇੱਕ ਛੋਟੀ ਜਿਹੀ ਵਿਕਟਰੀ ਹੈ। Thank you children, thank you so much। Thank you so much guys, thank you so much and happy women's day to all the beautiful And happy Holi। and happy Holi too। Thank you so much। ਸੋ ਇਹ ਸੀ ਸਾਡੇ ਨਾਲ ਰੀਨੂ ਮਾਥੁਰ, ਜਿਨ੍ਹਾਂ ਨੂੰ ਸ਼ਾਇਦ ਜਿੰਨੀ ਉਹਨਾਂ ਦੀ ਤਾਰੀਫ ਕਰਾਂ ਉਨੀ ਘੱਟ ਹੈ, ਕਿਉਂਕਿ ਉਹ ਬਹੁਤ ਵੱਡਾ ਕੰਮ ਕਰ ਰਿਹਾ ਸੋਸਾਇਟੀ ਲਈ, ਬਹੁਤ ਵੱਡਾ ਬਲੀਦਾਨ ਆ। ਐਜ਼ ਅ ਫੀਮੇਲ, ਐਜ਼ ਅ ਮਦਰ, ਐਜ਼ ਅ ਵਾਈਫ ਉਹਨਾਂ ਦੀ ਬਹੁਤ ਸਾਰੀ ਰਿਸਪੌਂਸਿਬਿਲਿਟੀਜ਼ ਆ। ਅਪਾਰਟ ਫਰੋਮ ਇਟ ਸ਼ੀ ਇਜ਼ ਡੂਇੰਗ ਅ ਲੋਟ ਫॉर द सोसाइटी। ਆਈ ਹੋਪ ਵਿਮਨਸ ਡੇ ਖਾਸ ਤੇ ਸਾਡੀ ਇਹ ਗੱਲਬਾਤ ਇਹਨਾਂ ਬੱਚਿਆਂ ਨਾਲ ਤੇ ਮੈਮ ਨਾਲ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੋ ਵੀ ਗੱਲਾਂ ਹੋਈਆਂ ਤੁਸੀਂ ਥੋੜਾ ਜਿਹਾ ਸਿੱਖੋਗੇ ਇਹਨਾਂ ਵਰਗੇ ਤੇ ਸਾਡੇ ਵਰਗੇ ਲੋਕਾਂ ਦੀ ਵਿਕਟਰੀ ਉੱਥੇ ਹੀ ਹੋ ਜਾਂਦੀ ਆ। ਥੈਂਕ ਯੂ ਸੋ ਮਚ ਐਂਡ ਕੀਪ ਵਾਚਿੰਗ ਅਸ। ਸਤਿ ਸ਼੍ਰੀ ਅਕਾਲ। Thank you।